हाँ जी, सत श्री अकाल दोस्तों, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਭਰਤੀ ਤੁਹਾਡੇ ਲਈ ਲੈ ਕੇ ਆਇਆ ਇੰਟੈਲੀਜੈਂਸ ਬਿਊਰੋ ਵੱਲੋਂ। ਜਿਹੜੇ ਵੀ ਕੈਂਡੀਡੇਟ ਇੰਟੈਲੀਜੈਂਸ ਬਿਊਰੋ 'ਚ ਜਾਣਾ ਚਾਹੁੰਦੇ ਆ ਜਾਂ ਜਿਨ੍ਹਾਂ ਦਾ ਸੁਪਨਾ ਹੁੰਦਾ ਕਿ ਉਹਨਾਂ ਨੇ ਇੰਟੈਲੀਜੈਂਸ ਦੇ ਵਿੱਚ ਜਾਣਾ, ਤਾਂ ਇੰਟੈਲੀਜੈਂਸ ਬਿਊਰੋ ਦੀ ਭਰਤੀ ਆਈ ਹੈ ਦੋਸਤੋ ਮਿਨਿਸਟਰੀ ਆਫ ਹੋਮ ਅਫੇਅਰਸ ਗਵਰਨਮੈਂਟ ਆਫ ਇੰਡੀਆ ਵੱਲੋਂ। ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਪੰਜਾਬ ਦੇ ਜਿਹੜੇ ਕੈਂਡੀਡੇਟਸ ਆ ਉਹ ਪੰਜਾਬ ਦੇ ਲਈ, ਕਿਉਂਕਿ ਇੰਟੈਲੀਜੈਂਸ ਬਿਊਰੋ ਆ ਜਿਹੜਾ ਇਹ ਆਲ ਇੰਡੀਆ ਬੇਸਿਸ ਤੇ ਕੰਮ ਕਰਦਾ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਦਫ਼ਤਰ ਬਣੇ ਹੁੰਦੇ ਆ। ਠੀਕ ਹੈ ਜੀ, ਜਿਵੇਂ ਪੰਜਾਬ ਦੇ ਵਿੱਚ ਇੰਟੈਲੀਜੈਂਸ ਬਿਊਰੋ ਦਾ ਜਿਹੜਾ ਦਫ਼ਤਰ ਆ ਉਹ ਅੰਮ੍ਰਿਤਸਰ ਵਿਖੇ ਬਣਿਆ ਹੋਇਆ। ਠੀਕ ਹੈ, ਇਸ ਤੋਂ ਇਲਾਵਾ ਚੰਡੀਗੜ੍ਹ ਵਿਖੇ ਵੀ ਆ। ਠੀਕ ਹੈ, ਤਾਂ ਪੰਜਾਬ ਵਾਲੇ ਕੈਂਡੀਡੇਟ ਜਿਹੜੇ ਅਪਲਾਈ ਤਾਂ ਤੁਸੀਂ ਕਿਤੇ ਵੀ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਠੀਕ ਹੈ, ਬਟ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਨੇੜੇ ਜਿਹੜੇ ਦਫ਼ਤਰ ਹੈ ਤੁਸੀਂ ਉੱਥੇ ਵੀ ਅਪਲਾਈ ਕਰ ਸਕਦੇ ਹੋ। ਤੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਪੋਸਟਾਂ ਦੋ ਤਰ੍ਹਾਂ ਦੀਆਂ। ਪਹਿਲੀ ਜਿਹੜੀ ਕੈਟਾਗਰੀ ਤੁਸੀਂ ਕਹਿ ਸਕਦੇ ਹੋ ਪੋਸਟਾਂ ਦੀ, ਉਹ ਹੈਗੀ ਜੀ ਸਿਕਿਉਰਿਟੀ ਅਸਿਸਟੈਂਟ ਜਾਂ ਫਿਰ ਐਗਜ਼ੀਕਿਊਟਿਵ ਦੀ। ਦੂਜੀ ਜਿਹੜੀ ਕੈਟਾਗਰੀ ਆ ਪੋਸਟਾਂ ਦੀ ਉਹ ਹੈ ਜੀ ਮਲਟੀਟਾਸਕਿੰਗ ਸਟਾਫ ਔਰ ਜਨਰਲ। ਠੀਕ ਹੈ ਜੀ, ਤਾਂ ਇਹ ਜਿਹੜੀ ਕੈਟਾਗਰੀ ਆ ਦੋ ਤਰ੍ਹਾਂ ਦੀ। ਤੇ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਹਾਂ ਬੇਸਿਕਲੀ। ਠੀਕ ਹੈ, ਸਭ ਤੋਂ ਪਹਿਲਾਂ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੰਟੈਲੀਜੈਂਸ ਦਾ ਦਫ਼ਤਰ ਬਣਿਆ ਉਹਦੇ ਵਿੱਚ ਦੋਨੋਂ ਤਰ੍ਹਾਂ ਦੀਆਂ ਪੋਸਟਾਂ। ਠੀਕ ਹੈ, ਸਿਕਿਉਰਿਟੀ ਅਸਿਸਟੈਂਟ ਦੀ ਵੀ ਹੈ ਤੇ ਮਲਟੀਟਾਸਕਿੰਗ ਸਟਾਫ ਦੀ ਵੀ ਹੈ। ਸਿਕਿਉਰਿਟੀ ਅਸਿਸਟੈਂਟ ਦੀ ਗੱਲ ਕਰੀਏ ਤਾਂ ਟੋਟਲ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਪੋਸਟਾਂ ਹੈਗੀਆਂ ਉਹ 62 ਪੋਸਟਾਂ 62 ਤੇ ਮਲਟੀਟਾਸਕਿੰਗ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ ਅੰਮ੍ਰਿਤਸਰ ਦੇ ਵਿੱਚ ਉਹ 2 ਪੋਸਟਾਂ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਸਿਕਿਉਰਿਟੀ ਅਸਿਸਟੈਂਟ ਦੀਆਂ ਟੋਟਲ 33 ਪੋਸਟਾਂ ਜੀ ਚੰਡੀਗੜ੍ਹ ਦੇ ਵਿੱਚ, ਤੇ ਮਲਟੀਟਾਸਕਿੰਗ ਸਟਾਫ ਦੀਆਂ ਟੋਟਲ 3 ਪੋਸਟਾਂ ਚੰਡੀਗੜ੍ਹ ਦੇ ਵਿੱਚ MTS ਦੀਆਂ। ਉਸ ਤੋਂ ਬਾਅਦ ਜੀ ਅੱਗੇ ਆਪਾਂ ਦਿੱਲੀ ਦਾ ਵੀ ਦੇਖ ਲੈਂਦੇ ਹਾਂ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ 2-3 ਜਗ੍ਹਾ ਕਿਉਂਕਿ ਇਹਦੇ ਵਿੱਚ ਨਾ ਰੀਜਨਲ ਲੈਂਗੁਏਜ ਚਾਹੀਦੀ ਹੈ, ਲੋਕਲ ਲੈਂਗੁਏਜ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਲੋਕਲ ਲੈਂਗੁਏਜ ਅੰਮ੍ਰਿਤਸਰ ਦੇ ਲਈ ਪੰਜਾਬੀ ਚਾਹੀਦੀ ਆ। ਉਸ ਤੋਂ ਇਲਾਵਾ ਚੰਡੀਗੜ੍ਹ ਦੇ ਲਈ ਹਿੰਦੀ ਐਂਡ ਪੰਜਾਬੀ ਚਾਹੀਦੀ ਆ। ਤੇ ਦਿੱਲੀ ਦੇ ਲਈ ਵੀ, ਦਿੱਲੀ ਦੇ ਵਿੱਚ ਕਿਉਂਕਿ ਇੰਟੈਲੀਜੈਂਸ ਬਿਊਰੋ ਦਾ ਹੈੱਡਕੁਆਟਰ ਵੀ ਆ। ਠੀਕ ਆ, ਤੇ ਇੱਥੇ ਪੋਸਟਾਂ ਜ਼ਿਆਦਾ ਤੇ ਇੱਥੇ ਲਈ ਵੀ ਤੁਹਾਨੂੰ ਪੰਜਾਬੀ ਜਿਹੜੀ ਚਾਹੀਦੀ ਹੈ ਲੋਕਲ ਲੈਂਗੁਏਜ। ਠੀਕ ਹੈ, ਕਿਉਂਕਿ ਹੋਰ ਜਗ੍ਹਾ ਤੇ ਪੰਜਾਬੀ ਤੁਹਾਨੂੰ ਘੱਟ ਦੇਖਣ ਨੂੰ ਮਿਲੇਗੀ ਜਾਂ ਫਿਰ ਬਿਲਕੁਲ ਨਹੀਂ ਦੇਖਣ ਨੂੰ ਮਿਲੇਗੀ। ਤਾਂ 3 ਜਗ੍ਹਾ ਤੇ ਜਿਹੜੀ ਪੰਜਾਬੀ ਚਾਹੀਦੀ ਹੈ, ਤਾਂ ਕਰਕੇ ਮੈਂ ਤੁਹਾਨੂੰ ਇਹ ਪ੍ਰੈਫਰ ਕਰ ਰਿਹਾ। ਉਸ ਤੋਂ ਬਾਅਦ ਜੀ ਜੇ ਦਿੱਲੀ ਦੀ ਆਪਾਂ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਸਿਕਿਉਰਿਟੀ ਅਸਿਸਟੈਂਟ ਜਿਹੜੇ 266 ਰੱਖਣੇ ਆ ਜੀ ਟੋਟਲ, ਤੇ ਮਲਟੀਟਾਸਕਿੰਗ ਸਟਾਫ ਦਿੱਲੀ ਦੇ ਵਿੱਚ 53 ਰੱਖਣੇ ਆ। ਤਾਂ ਇੱਥੇ ਵੀ ਪੰਜਾਬੀ ਲੋਕਲ ਲੈਂਗੁਏਜ ਚਾਹੀਦੀ ਹੈ। ਹੁਣ ਤੁਸੀਂ ਅਪਲਾਈ ਕਿੱਥੇ ਕਰਨਾ ਤੁਹਾਡੀ ਇੱਛਾ ਹੈ, ਤੁਸੀਂ ਕਿੱਥੇ ਅਪਲਾਈ ਕਰਨਾ ਚਾਹੁੰਦੇ ਹੋ ਉਹ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਠੀਕ ਹੈ, ਕਈ ਵਾਰ ਇਹ ਹੁੰਦਾ ਕਿ ਕੋਈ ਕੈਂਡੀਡੇਟ ਸ਼ਿਮਲਾ ਅਪਲਾਈ ਕਰਨਾ ਚਾਹੁੰਦਾ ਕਿ ਲੋਕਲ ਲੈਂਗੁਏਜ ਉੱਥੇ ਹਿੰਦੀ ਮੰਗੀ ਹੈ, ਹਿੰਦੀ ਤੁਹਾਨੂੰ ਸਭ ਨੂੰ ਆਉਂਦੀ ਹੁੰਦੀ ਹੈ ਲਗਭਗ, ਬਟ ਚੱਕਰ ਇਹਦੇ 'ਚ ਇਹ ਹੈ ਕਿ ਲੋਕਲ ਲੈਂਗੁਏਜ ਦਾ ਤੁਹਾਡਾ ਟੈਸਟ ਵੀ ਹੋਣਾ ਬਾਅਦ 'ਚ, ਇਸ ਚੀਜ਼ ਦਾ ਵੀ ਧਿਆਨ ਰੱਖਣਾ, ਉਸ ਹਿਸਾਬ ਨਾਲ ਤੁਸੀਂ ਅਪਲਾਈ ਕਰਨਾ। ਤੇ ਟੋਟਲ ਜੇ ਗੱਲ ਕਰੀਏ ਸਿਕਿਉਰਿਟੀ ਅਸਿਸਟੈਂਟ ਦੀ ਤਾਂ ਸਿਕਿਉਰਿਟੀ ਅਸਿਸਟੈਂਟ ਦੀਆਂ ਟੋਟਲ ਆਲ ਇੰਡੀਆ 'ਚ 1525 ਪੋਸਟਾਂ ਕੱਢੀਆਂ ਗਈਆਂ ਜੀ ਸਿਕਿਉਰਿਟੀ ਅਸਿਸਟੈਂਟ ਦੀਆਂ। ਉਸ ਤੋਂ ਬਾਅਦ ਜੀ ਮਲਟੀਟਾਸਕਿੰਗ ਸਟਾਫ ਦੀਆਂ ਆਲ ਇੰਡੀਆ ਦੇ ਵਿੱਚ 150 ਪੋਸਟਾਂ ਕੱਢੀਆਂ ਗਈਆਂ ਜੀ, 150 ਪੋਸਟ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਜੀ ਇਹ ਤਾਂ ਹੋ ਗਈ ਪੋਸਟਾਂ ਦੀ ਗੱਲ। ਹੁਣ ਅੱਗੇ ਇਹਦੀ ਡਿਟੇਲ ਦੇ ਵਿੱਚ ਜਾਣ ਲੈਂਦੇ ਹਾਂ ਕਿ ਇਹਦੀ ਕੀ ਕੁਆਲੀਫਿਕੇਸ਼ਨ ਵਗੈਰਾ ਰੱਖੀ ਗਈ ਆ। ਸਭ ਤੋਂ ਪਹਿਲਾਂ ਜੀ ਸਿਕਿਉਰਿਟੀ ਅਸਿਸਟੈਂਟ ਦਾ ਨੋਟ ਕਰ ਲਓ। ਸਿਕਿਉਰਿਟੀ ਅਸਿਸਟੈਂਟ ਦੀ ਜਿਹੜੀ ਤੁਹਾਡੀ ਪੋਸਟ ਹੈ ਇਹ ਗਰੁੱਪ C ਦੀ ਨॉन ਗਜ਼ਟਡ ਪੋਸਟ ਹੈ ਜੀ, ਨॉन ਮਿਨਿਸਟਰੀਅਲ। ਠੀਕ ਹੈ, ਤੇ ਇਹ ਵੀ ਤੁਹਾਡੀ ਸੇਮ ਹੀ ਹੈ, MTS ਵੀ ਗਰੁੱਪ C ਦੀ ਨॉन ਗਜ਼ਟਡ ਨॉन ਮਿਨਿਸਟਰੀਅਲ ਪੋਸਟ ਹੈ ਜੀ। ਤੇ ਸਿਕਿਉਰਿਟੀ ਅਸਿਸਟੈਂਟ ਦੇ ਵਿੱਚ ਤੁਹਾਨੂੰ ਸੈਲਰੀ ਮਿਲਣੀ ਹੈ ਜੀ 21,700 ਤੋਂ 69,100 ਤੱਕ ਦਾ ਪੇ ਸਕੇਲ ਹੈ। ਤੇ ਮਲਟੀਟਾਸਕਿੰਗ ਸਟਾਫ ਦੇ ਵਿੱਚ ਤੁਹਾਨੂੰ ਸੈਲਰੀ ਮਿਲਣੀ ਹੈ ਜੀ 18,000 ਤੋਂ 56,900 ਤੱਕ ਦਾ ਪੇ ਸਕੇਲ ਹੈ। ਉਸ ਤੋਂ ਬਾਅਦ ਜੀ ਸਪੈਸ਼ਲ ਸਿਕਿਉਰਿਟੀ ਅਲਾਉੈਂਸ ਤੁਹਾਨੂੰ ਮਿਲਣਾ 20% ਮਿਲਣਾ ਬੇਸਿਕ ਪੇ ਦਾ, ਇਨ ਐਡੀਸ਼ਨ ਟੂ ਗਵਰਨਮੈਂਟ ਅਲਾਉੈਂਸਿਸ। ਸਪੈਸ਼ਲ ਸਿਕਿਉਰਿਟੀ ਅਲਾਉੈਂਸ ਵੀ ਤੁਹਾਨੂੰ ਮਿਲਣਾ 20% ਮਿਲਣਾ ਉਹ ਤੁਹਾਡੀ ਬੇਸਿਕ ਪੇ ਦਾ। ਜਿਵੇਂ ਮੰਨ ਲਓ 21,700 ਤੋਂ ਤੁਹਾਡੀ ਬੇਸਿਕ ਪੇ ਸਟਾਰਟ ਹੋਏਗੀ ਤਾਂ ਉਹਦਾ 20% ਤੁਸੀਂ ਕੱਢ ਲੈਣਾ, ਤਾਂ ਉਸ ਹਿਸਾਬ ਨਾਲ ਇਹ ਤੁਹਾਨੂੰ ਅਲਾਉੈਂਸ ਮਿਲਣਾ। ਤੇ ਹੋਰ ਅਲਾਉੈਂਸ ਵੀ ਮਿਲਣੇ ਆ ਜਿਹੜੇ ਵੀ ਗਵਰਨਮੈਂਟ ਦੇ ਮਿਲਦੇ ਆ। ਤੇ ਕੈਸ਼ ਕੰਪਨਸੇਸ਼ਨ ਮਿਲਣੀ ਆ ਇਨ ਲਿਊ ਆਫ ਡਿਊਟੀ ਪਰਫਾਰਮਡ ਔਨ ਹੋਲੀਡੇ ਸਬਜੈਕਟ ਟੂ ਅ ਸੀਲਿੰਗ ਆਫ 30 ਡੇਜ਼। ਤਾਂ ਜੇਕਰ ਤੁਸੀਂ ਛੁੱਟੀ ਵਾਲੇ ਦਿਨ ਡਿਊਟੀ 'ਤੇ ਜਾਓਗੇ ਤਾਂ ਉਹਦਾ ਕੈਸ਼ ਕੰਪਨਸੇਸ਼ਨ ਵੀ ਤੁਹਾਨੂੰ ਅਲੱਗ ਤੋਂ ਮਿਲੇਗਾ। ਉਸ ਤੋਂ ਬਾਅਦ ਜੀ ਇਹਦੀ ਕੁਆਲੀਫਿਕੇਸ਼ਨ ਨੋਟ ਕਰ ਲਓ। ਤਾਂ ਦੋਨਾਂ ਦੇ ਲਈ ਸੇਮ ਕੁਆਲੀਫਿਕੇਸ਼ਨ ਆ। ਸਭ ਤੋਂ ਪਹਿਲਾਂ ਤੁਸੀਂ 10ਵੀਂ ਪਾਸ ਹੋਣੇ ਚਾਹੀਦੇ ਹੋ ਜੀ, ਕਿਸੇ ਵੀ ਸਟੇਟ ਬੋਰਡ ਤੋਂ ਤੁਸੀਂ 10ਵੀਂ ਕੀਤੀ ਹੋਵੇ। ਤੇ ਉਸ ਤੋਂ ਬਾਅਦ ਐਂਡ ਪਾਇਆ ਜੀ ਇਹਨਾਂ ਨੇ, ਤਾਂ ਐਂਡ ਦੇ ਵਿੱਚ ਇਹਨਾਂ ਨੇ ਕਿਹਾ ਕਿ ਪੋਜੈਸ਼ਨ ਹੋਣਾ ਚਾਹੀਦਾ ਤੁਹਾਡੇ ਕੋਲ ਡੋਮਿਸਾਈਲ ਸਰਟੀਫਿਕੇਟ ਹੋਵੇ ਆਫ ਦੈਟ ਸਟੇਟ ਅਗੇਂਸਟ ਵਿਚ ਕੈਂਡੀਡੇਟ ਹੈਜ਼ ਅਪਲਾਈਡ। ਤਾਂ ਇੱਥੇ ਇਸ ਜਿਹੜੇ ਪੁਆਇੰਟ ਨੇ ਪੂਰੀ ਗੇਮ ਘੁਮਾਤੀ। ਠੀਕ ਹੈ, ਅਪਲਾਈ ਕਰਨ ਵਾਲੀ।
ਤਾਂ ਇਹਨਾਂ ਨੇ ਮੰਗਿਆ ਕਿ ਡੋਮਿਸਾਈਲ ਤੁਹਾਡੇ ਕੋਲ ਉਸ ਸਟੇਟ ਦਾ ਹੋਣਾ ਚਾਹੀਦਾ ਜਿਸ ਸਟੇਟ ਲਈ ਤੁਸੀਂ ਅਪਲਾਈ ਕਰਨ ਜਾ ਰਹੇ ਹੋ। ਤਾਂ ਅੰਮ੍ਰਿਤਸਰ ਦਾ ਮੈਂ ਤੁਹਾਨੂੰ ਦੱਸਿਆ। ਤਾਂ ਹੁਣ ਇਹਦੇ ਸਿੱਧਾ ਸਿੱਧਾ ਇਹ ਹਿਸਾਬ ਹੋ ਗਿਆ ਕਿ ਜਿਹੜੇ ਵੀ ਅੰਮ੍ਰਿਤਸਰ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਜੀ ਅੰਮ੍ਰਿਤਸਰ ਵਾਲੀਆਂ ਪੋਸਟਾਂ ਦੇ ਲਈ, ਤਾਂ ਉਹਨਾਂ ਕੋਲ ਪੰਜਾਬ ਦਾ ਡੋਮਿਸਾਈਲ ਹੋਣਾ ਜ਼ਰੂਰੀ ਹੈ। ਤੇ ਇਹਦੇ 'ਚ ਇਹ ਵੀ ਹੋ ਗਿਆ ਕਿ ਹਰਿਆਣਾ ਵਾਲਾ, ਹਿਮਾਚਲ ਵਾਲਾ, ਜੰਮੂ ਵਾਲਾ, ਯੂਪੀ ਵਾਲਾ, ਬਿਹਾਰ ਵਾਲਾ ਅਪਲਾਈ ਨਹੀਂ ਕਰ ਸਕਦਾ ਜੀ ਅੰਮ੍ਰਿਤਸਰ ਦੇ ਲਈ। ਇਹ ਵੀ ਇੱਕ ਚੀਜ਼ ਜਿਹੜੀ ਪਰਪੱਕ ਹੋ ਗਈ ਹੈ ਤੇ ਬੜੀ ਵਧੀਆ ਗੱਲ ਹੋ ਗਈ ਹੈ ਦੋਸਤੋ ਪੰਜਾਬ ਦੇ ਕੈਂਡੀਡੇਟਸ ਦੇ ਲਈ। ਠੀਕ ਹੈ, ਨੋਟ ਕਰ ਲਓ, ਇਹ ਵੀ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਦੇ ਹੀ ਸਿਰਫ ਅਪਲਾਈ ਕਰ ਸਕਦੇ ਆ। ਤੇ ਪੋਸਟ ਵੀ ਬੜੀ ਵਧੀਆ ਇੰਟੈਲੀਜੈਂਸ ਦੀ ਪੋਸਟ ਹੈ, ਤਾਂ ਪੇ ਸਕੇਲ ਵੀ ਬੜੇ ਹਾਈ ਹੋਣਗੇ, ਤੁਹਾਨੂੰ ਅਲਾਉੈਂਸਸ ਵੀ ਮਿਲਣਗੀਆਂ ਤੇ ਬੜਾ ਵਧੀਆ ਸਿਸਟਮ ਹੈ ਜੀ। ਉਸ ਤੋਂ ਬਾਅਦ ਹੁਣ ਤੀਜੇ ਪੁਆਇੰਟ 'ਚ ਕੀ ਕਹਿੰਦੇ ਆ ਜੀ, ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਐਨੀ ਆਫ ਦਾ ਲੋਕਲ ਲੈਂਗੁਏਜ, ਜਿਹੜੀ ਵੀ ਇਹਨਾਂ ਨੇ ਮੈਂਸ਼ਨ ਕੀਤੀ ਆ ਅਗੇਂਸਟ ਈਚ SIV। ਠੀਕ ਹੈ, SIV ਤੋਂ ਭਾਵ ਹੈ ਜਿਹੜੀ ਵੀ ਇਹਨਾਂ ਦੀ ਬ੍ਰਾਂਚ ਬਣੀ ਹੋਈ ਹੈ ਉੱਥੇ। ਠੀਕ ਹੈ ਜੀ, ਤਾਂ ਲੋਕਲ ਲੈਂਗੁਏਜ ਦੀ ਨੌਲੇਜ ਤਾਂ ਤੁਹਾਨੂੰ ਪੰਜਾਬੀ ਦੀ ਹੋਏਗੀ। ਤੇ ਉਸ ਤੋਂ ਬਾਅਦ ਜੀ ਡਿਜ਼ਾਇਰੇਬਲ ਕੁਆਲੀਫਿਕੇਸ਼ਨ ਦੇ ਵਿੱਚ ਲਿਖਿਆ ਕਿ ਫੀਲਡ ਐਕਸਪੀਰੀਅੰਸ ਇਨ ਇੰਟੈਲੀਜੈਂਸ ਵਰਕ। ਠੀਕ ਹੈ, ਤਾਂ ਇਹ ਡਿਜ਼ਾਇਰੇਬਲ ਹੈ। ਠੀਕ ਹੈ, ਅਸੈਂਸ਼ੀਅਲ ਨਹੀਂ ਹੈ। ਜੇ ਤੁਹਾਨੂੰ ਅਸੈਂਸ਼ੀਅਲ ਹੁੰਦਾ ਤਾਂ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਸੀਗਾ, ਬਟ ਜੇਕਰ ਤੁਸੀਂ ਕੀਤਾ ਹੋਏਗਾ ਥੋੜ੍ਹਾ ਬਹੁਤਾ ਕੰਮ ਇੰਟੈਲੀਜੈਂਸ ਦੇ ਵਿੱਚ ਕੋਈ ਪ੍ਰਾਈਵੇਟ ਤੌਰ 'ਤੇ ਜਾਂ ਕੁਛ ਹੋਰ ਤਰ੍ਹਾਂ, ਤਾਂ ਤੁਹਾਨੂੰ ਪ੍ਰੈਫਰੈਂਸ ਦੇ ਸਕਦੇ ਥੋੜ੍ਹੀ ਬਹੁਤੀ। ਤੇ ਏਜ ਲਿਮਿਟ ਦੀ ਗੱਲ ਕਰੀ ਤਾਂ ਮੈਕਸਿਮਮ ਏਜ ਲਿਮਿਟ ਆ ਜਿਹੜੀ 27 ਸਾਲ ਤੱਕ ਦੀ ਏਜ ਲਿਮਿਟ ਹੈ ਜੀ ਸਿਕਿਉਰਿਟੀ ਅਸਿਸਟੈਂਟ ਦੇ ਲਈ, ਤੇ 25 ਸਾਲ ਤੱਕ ਦੀ ਏਜ ਲਿਮਿਟ ਹੈ ਜੀ MTS ਦੇ ਲਈ, ਮਲਟੀ ਟਾਸਕਿੰਗ ਸਟਾਫ ਦੇ ਲਈ। ਠੀਕ ਹੈ ਜੀ, ਨੋਟ ਕਰ ਲਓ। ਤੇ ਕਲੋਜ਼ਿੰਗ ਡੇਟ ਦੇ ਹਿਸਾਬ ਨਾਲ, ਇਹ ਕਲੋਜ਼ਿੰਗ ਡੇਟ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਇਹਦੀ ਲਾਸਟ ਡੇਟ ਕੀ ਹੈ। ਉਸ ਡੇਟ ਦੇ ਅਕੋਰਡਿੰਗ ਤੁਹਾਡੀ 27 ਸਾਲ ਮੈਕਸਿਮਮ ਏਜ ਚਾਹੀਦੀ ਆ ਸਿਕਿਉਰਿਟੀ ਅਸਿਸਟੈਂਟ ਦੇ ਲਈ, ਤੇ 25 ਸਾਲ ਚਾਹੀਦੀ ਤੁਹਾਡੀ ਮਲਟੀ ਟਾਸਕਿੰਗ ਸਟਾਫ ਦੇ ਲਈ। ਅੱਗੇ ਆ ਜਾਓ ਜੀ। ਅੱਗੇ ਹੁਣ ਅਪਰ ਏਜ ਲਿਮਿਟ ਹੈ ਜੀ SC ST ਲਈ 5 ਸਾਲ ਤੱਕ ਦੀ, ਭਾਵ ਕਿ SC ST ਹੈ ਜਿਹੜੇ ਉਹ 32 ਸਾਲ ਤੱਕ ਦੇ ਅਪਲਾਈ ਕਰ ਸਕਦੇ ਆ ਸਿਕਿਉਰਿਟੀ ਅਸਿਸਟੈਂਟ ਲਈ। ਤੇ ਉਸ ਤੋਂ ਬਾਅਦ ਜੀ ਆ ਜਾਂਦੇ ਤੁਹਾਡੇ MTS ਲਈ ਜਿਹੜੇ OBC ਕੈਂਡੀਡੇਟ ਆ, ਪਹਿਲਾਂ ਇਹਦੀ ਦੇਖ ਲੈਂਦੇ ਆਪਾਂ। ਸਿਕਿਉਰਿਟੀ ਅਸਿਸਟੈਂਟ ਦੇ ਲਈ 32 ਸਾਲ ਤੱਕ ਦੇ ਅਪਲਾਈ ਕਰ ਸਕਦੇ ਜੀ SC ST। ਤੇ ਉਸ ਤੋਂ ਬਾਅਦ ਜੀ MTS ਦੇ ਲਈ SC ST ਆ ਜਿਹੜੇ ਉਹ 30 ਸਾਲ ਤੱਕ ਦਾ ਅਪਲਾਈ ਕਰ ਸਕਦੇ ਜੀ। ਤੇ ਜੇ ਅੱਗੇ OBC ਕੈਂਡੀਡੇਟਸ ਦੀ ਗੱਲ ਕਰੀ ਤਾਂ ਸਿਕਿਉਰਿਟੀ ਅਸਿਸਟੈਂਟ ਦੇ ਲਈ OBC ਕੈਂਡੀਡੇਟ ਆ ਜਿਹੜੇ ਉਹ 30 ਸਾਲ ਤੱਕ ਦੇ ਅਪਲਾਈ ਕਰ ਸਕਦੇ ਆ। ਤੇ MTS ਦੇ ਲਈ OBC ਕੈਂਡੀਡੇਟ ਆ ਜਿਹੜੇ 28 ਸਾਲ ਤੱਕ ਦੇ ਅਪਲਾਈ ਕਰ ਸਕਦੇ। ਉਸ ਤੋਂ ਬਾਅਦ ਜੀ ਕੁਝ ਹੋਰ ਰਿਲੈਕਸੇਸ਼ਨਸ ਦਿੱਤੀਆਂ ਹੋਈਆਂ ਨੇ, ਇਹ ਤੁਸੀਂ ਦੇਖ ਲੈਣੀ ਆ ਕਿ ਕਿਹੜੀ ਕੈਟੇਗਰੀ ਨੂੰ ਕਿੰਨੀਆਂ ਹੋਰ ਰਿਲੈਕਸੇਸ਼ਨ ਆ। ਜਿਹੜੀ ਮੇਨ ਮੈਂ ਤੁਹਾਨੂੰ SC ST OBC ਵਾਲੀ ਦੱਸ ਦਿੱਤੀ ਆ। ਉਸ ਤੋਂ ਬਾਅਦ ਜੀ ਅੱਗੇ ਚੈੱਕ ਕਰ ਲੈਂਦੇ ਜੀ। ਅੱਗੇ ਮੈਂ ਤੁਹਾਨੂੰ ਐਗਜ਼ਾਮ ਦਾ ਵੀ ਦੱਸ ਦਿੰਦਾ ਸਾਰਾ ਕੀ ਸਿਸਟਮ ਆ ਜੀ, ਇਹ ਵੀ ਨੋਟ ਕਰ ਲਓ ਤੁਸੀਂ। ਇਹ ਪੁਆਇੰਟ ਵੀ ਨੋਟ ਕਰ ਲਓ, ਪੁਆਇੰਟ ਨੰਬਰ 4 ਇਹਦੇ 'ਚ ਲਿਖਿਆ, ਇਹਨਾਂ ਨੇ ਲਿਖਿਆ ਕਿ ਜੇ ਕੋਈ ਮੋਰ ਦੈਨ 1 ਬ੍ਰਾਂਚ ਲਈ ਅਪਲਾਈ ਕਰੇਗਾ, ਮੰਨ ਲਓ ਤੁਸੀਂ ਅੰਮ੍ਰਿਤਸਰ ਲਈ ਵੀ ਕਰਤੀ, ਠੀਕ ਆ, ਕੋਈ ਹਰਿਆਣਾ ਦਾ ਤੁਹਾਨੂੰ ਨੇੜੇ ਪੈਂਦਾ ਉੱਥੇ ਲਈ ਵੀ ਕਰਤੀ, ਤਾਂ ਤੁਹਾਡਾ ਜਿਹੜਾ ਦੂਜਾ ਫਾਰਮ ਆ ਉਹ ਰਿਜੈਕਟ ਹੋ ਜਾਏਗਾ। ਠੀਕ ਹੈ, ਐਪਲੀਕੇਸ਼ਨ ਜਿਹੜੀ ਦੂਜੀ ਰਿਸੀਵ ਹੋਏਗੀ ਉਹ ਰਿਜੈਕਟ ਹੋ ਜਾਏਗੀ, ਕਿਉਂਕਿ ਡੋਮਿਸਾਈਲ ਚਾਹੀਦਾ। ਮੈਂ ਤੁਹਾਨੂੰ ਸਿੱਧਾ ਲਿਖਿਆ ਡੋਮਿਸਾਈਲ ਹੋਏਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਅਦਰਵਾਈਜ਼ ਤੁਹਾਡੇ ਰਿਜੈਕਸ਼ਨ 'ਚ ਪਾ ਦੇਣਗੇ। ਤੇ ਉਸ ਤੋਂ ਬਾਅਦ ਜੀ ਨੋਟ ਕਰ ਲਓ ਕਿ ਇਹਦੇ ਵਿੱਚ ਜੀ ਜਿਹੜੇ ਸਕੀਮ ਆਫ ਐਗਜ਼ਾਮੀਨੇਸ਼ਨ ਆ, ਤਾਂ ਟੀਅਰ 1 ਤੇ ਟੀਅਰ 2 ਦੋ ਟੀਅਰਸ ਦੇ ਵਿੱਚ ਤੁਹਾਡਾ ਐਗਜ਼ਾਮ ਹੋਣਾ। ਠੀਕ ਹੈ ਜੀ, ਟੀਅਰ 1 ਹੈ ਜਿਹੜਾ ਕਾਮਨ ਹੋਏਗਾ ਸਿਕਿਉਰਿਟੀ ਅਸਿਸਟੈਂਟ ਤੇ ਮਲਟੀ ਟਾਸਕਿੰਗ ਸਟਾਫ ਲਈ ਕਾਮਨ ਪੇਪਰ ਹੋਏਗਾ। ਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਦੱਸਿਆ ਕਿ ਆਨਲਾਈਨ ਐਗਜ਼ਾਮ ਹੋਣਾ ਜੀ, ਕੰਪਿਊਟਰ ਬੇਸਡ ਐਗਜ਼ਾਮ ਹੋਣਾ, MCQ ਫਾਰਮੈਟ ਦੇ ਵਿੱਚ ਆਏਗਾ। 5 ਸੈਕਸ਼ਨਸ ਦੇ ਵਿੱਚ ਵੰਡਿਆ ਹੋਏਗਾ, 20 ਕੁਐਸਚਨ ਹੋਣਗੇ। ਠੀਕ ਹੈ ਜੀ, 20 ਕੁਐਸਚਨ ਈਚ ਪਾਰਟ ਦੇ ਵਿੱਚ ਹੋਣਗੇ। ਪਾਰਟ ਨੋਟ ਕਰ ਲਓ ਕਿਹੜੇ ਆ, ਜਨਰਲ ਅਵੇਅਰਨੈਸ ਹੈ, ਕੁਆਂਟੀਟੇਟਿਵ ਐਪਟੀਟਿਊਡ ਹੈ ਜੀ, ਨੂਮੈਰੀਕਲ, ਐਨਾਲਿਟੀਕਲ, ਲੌਜੀਕਲ ਅਬਿਲਿਟੀ ਐਂਡ ਰੀਜ਼ਨਿੰਗ ਹੈ, ਇੰਗਲਿਸ਼ ਲੈਂਗੁਏਜ ਹੈ ਤੇ ਜਨਰਲ ਸਟੱਡੀਜ਼ ਹੈ ਜੀ। ਨੈਗੇਟਿਵ ਮਾਰਕਿੰਗ ਰੱਖੀ ਗਈ ਹੈ 0.25 ਦੀ ਜੀ। 100 ਮਾਰਕਸ ਦਾ ਪੇਪਰ ਹੈ ਜੀ ਟੀਅਰ 1 ਦਾ, ਤੇ 1 ਘੰਟੇ ਦੀ ਟਾਈਮਿੰਗ ਹੈ। ਟੀਅਰ 2 ਦੇ ਵਿੱਚ ਦੋਸਤੋ ਆਫਲਾਈਨ ਐਗਜ਼ਾਮ ਹੋਣਾ ਡਿਸਕ੍ਰਿਪਟਿਵ ਟਾਈਪ ਦਾ। ਠੀਕ ਹੈ, ਟਰਾਂਸਲੇਸ਼ਨ ਕਰਨੀ ਹੋਏਗੀ ਤੁਸੀਂ ਇੱਕ ਪੈਸੇਜ ਦੀ, 500 ਵਰਡਸ ਦਾ ਜਿਹੜਾ ਪੈਸੇਜ ਹੋਏਗਾ ਫਰੋਮ ਲੋਕਲ ਲੈਂਗੁਏਜ ਟੂ ਇੰਗਲਿਸ਼ ਐਂਡ ਵਾਈਸ ਵਰਸਾ। ਠੀਕ ਹੈ, ਭਾਵ ਕਿ ਪੈਸੇਜ ਦੀ ਤੁਸੀਂ ਟਰਾਂਸਲੇਸ਼ਨ ਕਰਨੀ ਹੈ ਲੋਕਲ ਲੈਂਗੁਏਜ ਤੋਂ ਇੰਗਲਿਸ਼ ਦੇ ਵਿੱਚ, ਠੀਕ ਹੈ, ਜਾਂ ਫਿਰ ਅੰਗਰੇਜ਼ੀ ਤੋਂ ਲੋਕਲ ਲੈਂਗੁਏਜ ਦੇ ਵਿੱਚ, ਉਹ ਜਿਵੇਂ ਵੀ ਤੁਹਾਨੂੰ ਦੇਣਗੇ। ਤਾਂ 40 ਮਾਰਕਸ ਦਾ ਇਹ ਹੋਏਗਾ ਤੇ 1 ਆਵਰ ਦੀ ਇਹਦੀ ਵੀ ਟਾਈਮਿੰਗ ਹੋਏਗੀ, ਜਿਹੜਾ ਡਿਸਕ੍ਰਿਪਟਿਵ ਪੇਪਰ ਹੋਣਾ ਤੁਹਾਡਾ। ਉਸ ਤੋਂ ਬਾਅਦ ਜੀ ਅੱਗੇ ਨੋਟ ਕਰ ਲਓ ਜੀ। ਤੇ ਅੱਗੇ ਜੀ ਪਾਰਟ ਆਫ ਟੀਅਰ 2 ਦਾ ਇੱਕ ਪਾਰਟ ਹੈ ਜੀ, ਜਿਹਦੇ ਵਿੱਚ ਸਿਕਿਉਰਿਟੀ ਅਸਿਸਟੈਂਟ ਦੇ ਲਈ ਤੁਹਾਡੀ ਸਪੋਕਨ ਐਬਿਲਿਟੀ ਉਹਨਾਂ ਨੇ ਦੇਖਣੀ ਹੈ। ਸਪੋਕਨ ਐਬਿਲਿਟੀ ਦੇ ਵਿੱਚ ਟੂ ਬੀ ਅਸੈਸਡ ਐਟ ਦਾ ਟਾਈਮ ਆਫ ਟੀਅਰ 3 ਐਗਜ਼ਾਮ, ਇੰਟਰਵਿਊ ਔਰ ਪਰਸਨੈਲਿਟੀ ਟੈਸਟ। ਤਾਂ ਸਪੋਕਨ ਐਬਿਲਿਟੀ ਦੇਖਣੀ ਹੈ ਕਿ ਤੁਸੀਂ ਜਿਹੜੀ ਲੋਕਲ ਲੈਂਗੁਏਜ ਹੈ ਉਹ ਕਿਸ ਤਰੀਕੇ ਨਾਲ ਬੋਲਦੇ ਹੋ, ਵਧੀਆ ਬੋਲਦੇ ਹੋ, ਕੀ ਸਿਸਟਮ ਹੈ। 10 ਨੰਬਰ ਦੇ ਉਹਦੇ ਰੱਖੇ ਗਏ ਜੀ। ਤੇ ਟੀਅਰ 3 ਰੱਖਿਆ ਗਿਆ ਜੀ ਫॉर ਸਿਕਿਉਰਿਟੀ ਅਸਿਸਟੈਂਟ ਦੇ ਲਈ,
ਤਾਂ ਇੰਟਰਵਿਊ ਪਰਸਨੈਲਿਟੀ ਟੈਸਟ ਰੱਖਿਆ ਗਿਆ ਜੀ 50 ਮਾਰਕਸ ਦਾ। ਠੀਕ ਹੈ, ਤਾਂ ਇਹਦੇ ਇਹ ਕ੍ਰਾਈਟੇਰੀਆ ਜੀ ਸਕੀਮ ਆਫ ਐਗਜ਼ਾਮੀਨੇਸ਼ਨ 3 ਟਾਇਰ ਦੇ ਵਿੱਚ ਕੰਡਕਟ ਕੀਤਾ ਜਾਣਾ ਹੈ। ਕੱਟ ਆਫ ਮਾਰਕਸ ਆ ਜਿਹੜੇ ਆਊਟ ਆਫ 100 ਇਨ ਟੀਅਰ 1 ਐਗਜ਼ਾਮ ਵੁੱਡ ਬੀ ਜਨਰਲ ਲਈ 35 ਨੰਬਰ ਹੈ ਜੀ, OBC ਲਈ 34 ਹੈ, SC ST ਲਈ 33 ਹੈ ਤੇ EWS ਲਈ 35 ਹੈ। ਤਾਂ ਇਹ ਕੱਟ ਆਫ ਮਾਰਕਸ ਰੱਖੇ ਗਏ ਆ। ਤੇ ਟੀਅਰ 2 ਐਗਜ਼ਾਮ ਆ ਜਿਹੜਾ ਕੁਆਲੀਫਾਈਂਗ ਨੇਚਰ ਦਾ, ਕੁਆਲੀਫਾਈਂਗ ਮਾਰਕਸ ਇਨ ਟੀਅਰ 2 ਇਜ਼ 20 ਆਊਟ ਆਫ 50 ਫॉर SA ਐਂਡ 16 ਆਊਟ ਆਫ 40 ਫॉर MTS। ਤਾਂ ਟੀਅਰ 2 ਦਾ ਜਿਹੜਾ ਕੁਆਲੀਫਾਈਂਗ ਨੇਚਰ ਦਾ ਉਹਦੇ ਨੰਬਰ ਫਾਈਨਲ ਦੇ ਵਿੱਚ ਐਡ ਨਹੀਂ ਹੋਣਗੇ। ਉਹਦੇ ਵਿੱਚ ਤੁਸੀਂ ਸਿਰਫ ਪਾਸਿੰਗ ਮਾਰਕਸ ਲੈਣੇ ਆ, 20 ਨੰਬਰ ਲੈਣੇ ਆ ਜੀ, 50 ਦੇ ਵਿੱਚੋਂ ਸਿਕਿਉਰਿਟੀ ਅਸਿਸਟੈਂਟ ਵਾਲਿਆਂ ਨੇ ਤੇ 16 ਨੰਬਰ ਲੈਣਾ ਜੀ 40 ਦੇ ਵਿੱਚੋਂ ਮਲਟੀਟਾਸਕਿੰਗ ਵਾਲਿਆਂ ਨੇ। ਠੀਕ ਹੈ ਜੀ, ਨੋਟ ਕਰ ਲਓ। ਤੇ ਹੁਣ ਅਪਲਾਈ ਕਿੱਥੇ ਹੋਣਾ ਇਹ ਵੀ ਨੋਟ ਕਰ ਲਓ। ਅਪਲਾਈ ਆਨਲਾਈਨ ਹੋਣਾ ਜੀ MHA ਦੀ ਵੈਬਸਾਈਟ ਤੇ, ਮਿਨਿਸਟਰੀ ਆਫ ਹੋਮ ਅਫੇਅਰਸ ਦੇ www.mha.gov.in ਜਾਂ ਫਿਰ www.ncs.gov.in। ਜਦੋਂ ਵੀ ਆਨਲਾਈਨ ਲਿੰਕ ਸਟਾਰਟ ਹੁੰਦਾ ਟੈਲੀਗ੍ਰਾਮ ਤੇ ਅਸੀਂ ਪਾਵਾਂਗੇ। ਟੈਲੀਗ੍ਰਾਮ ਚੈਨਲ ਦਾ ਲਿੰਕ ਇਸ ਵੀਡੀਓ ਡਿਸਕ੍ਰਿਪਸ਼ਨ ਦਿੱਤਾ, ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਜੁਆਇਨ ਕਰ ਲਓ, ਲਿੰਕ ਤੁਹਾਨੂੰ ਉਦੋਂ ਹੀ ਉੱਥੇ ਮਿਲ ਜਾਣਾ। ਤੇ ਇੰਪੋਰਟੈਂਟ ਡੇਟਸ ਨੋਟ ਕਰ ਲਓ, 21 ਜਨਵਰੀ 2023 ਤੋਂ ਲੈ ਕੇ 10 ਫਰਵਰੀ 2023 ਤੱਕ ਅਪਲਾਈ ਕਰ ਸਕਦੇ ਹੋ ਜੀ। ਤੇ ਰਜਿਸਟ੍ਰੇਸ਼ਨ ਤੁਹਾਨੂੰ ਆਪਣੀ 10 ਫਰਵਰੀ 2023 ਤੱਕ ਫਾਰਮ ਜਿਹੜਾ ਕੰਪਲੀਟ ਕਰਨਾ ਜੀ, ਤੁਸੀਂ ਇਹ ਨੋਟ ਕਰ ਲਓ। ਤੇ ਜਿਹੜੀ ਕਲੋਜ਼ਿੰਗ ਡੇਟ ਆ ਜੀ ਉਹ 10 ਫਰਵਰੀ 2023 ਆ, ਜਿਹੜੀ ਮੈਂ ਤੁਹਾਨੂੰ ਇੱਥੇ ਦੱਸ ਕੇ ਹਟਿਆ ਸੀ ਕਿ ਏਜ ਤੁਸੀਂ ਕਿਸ ਹਿਸਾਬ ਨਾਲ ਦੇਖਣੀ ਹੈ ਕਲੋਜ਼ਿੰਗ ਡੇਟ ਦੇ ਹਿਸਾਬ ਨਾਲ। ਤਾਂ ਕਲੋਜ਼ਿੰਗ ਡੇਟ ਹੈ ਜੀ 10 ਫਰਵਰੀ 2023 ਦੇ ਹਿਸਾਬ ਨਾਲ ਆਪਣੀ ਏਜ ਤੁਸੀਂ ਕੈਲਕੂਲੇਟ ਕਰ ਲੈਣੀ ਆ। ਤੇ ਫੀਸ ਨੋਟ ਕਰ ਲਓ, ਇਟ ਇਜ਼ ਇਨ 2 ਕੰਪੋਨੈਂਟਸ। ਐਗਜ਼ਾਮੀਨੇਸ਼ਨ ਫੀਸ ਆ ਜਿਹੜੀ 50 ਰੁਪਏ ਹੈ ਜੀ। ਰਿਕਰੂਟਮੈਂਟ ਪ੍ਰੋਸੈਸਿੰਗ ਚਾਰजेस ਆ ਜਿਹੜੇ 450 ਰੁਪਏ ਤੇ ਇਹ ਫੀਸ ਆ ਜੀ। ਕੈਟੇਗਰੀ all candidates of male candidates of general category, EWS and OBC categories। ਤੇ fees to be paid, recruitment processing charges, examination fees in addition to recruitment processing charges। ਤਾਂ ਫੀਸ ਮੈਂ ਤੁਹਾਨੂੰ ਦੱਸ ਚੁੱਕਿਆ ਕਿ 450 + 50 ਤਾਂ ਟੋਟਲ 500 ਰੁਪਏ ਚਾਰजेस ਆ ਜੀ। ਫੀਸ ਨੋਟ ਕਰ ਲਓ। ਤੇ ਫੀਸ ਸਿਰਫ ਉਹਨਾਂ ਕੈਂਡੀਡੇਟਸ ਲਈ ਆ ਜਿਹੜੇ ਮੇਲ ਕੈਂਡੀਡੇਟਸ ਆ ਜਨਰਲ ਦੇ, ਠੀਕ ਹੈ, ਤੇ EWS ਹੈ ਤੇ OBC ਹੈ। ਇਸ ਤੋਂ ਇਲਾਵਾ ਜਿਹੜੇ ਬਾਕੀ ਕੈਟੇਗਰੀਜ਼ ਹੋ ਗਈਆਂ ਜਿਵੇਂ SC ST ਹੋ ਗਏ, ਉਹਨਾਂ ਦੇ ਲਈ ਕੋਈ ਵੀ ਫੀਸ ਨਹੀਂ ਹੈ, ਠੀਕ ਹੈ, ਜਾਂ ਫਿਰ ਫੀਮੇਲ ਕੈਂਡੀਡੇਟਸ ਹੋ ਗਈਆਂ ਕਿਸੇ ਵੀ ਕੈਟੇਗਰੀ ਦੀਆਂ, ਉਹਨਾਂ ਦੇ ਲਈ ਵੀ ਕੋਈ ਵੀ ਫੀਸ ਨਹੀਂ ਹੈ। ਫੀਸ ਵਗੈਰਾ ਸਾਰਾ ਕੁਝ ਆਨਲਾਈਨ ਪੇਮੈਂਟ ਹੋਣੀ ਹੈ, ਆਨਲਾਈਨ ਭਰੀ ਜਾਣੀ ਹੈ, ਸਾਰਾ ਕੁਝ ਆਨਲਾਈਨ ਹੈ, ਫਾਰਮ ਵੀ ਆਨਲਾਈਨ ਹੈ, ਫੀਸ ਵੀ ਆਨਲਾਈਨ ਹੈ। ਕਲੋਜ਼ਿੰਗ ਡੇਟ ਆ ਜਿਹੜੀ 10 ਫਰਵਰੀ 2023 ਹੈ ਜੀ, ਇਹ ਤੁਸੀਂ ਨੋਟ ਕਰ ਲਈ ਹੈ। ਕੁਝ ਨਹੀਂ ਪਤਾ ਲੱਗ ਰਿਹਾ, ਬਾਕੀ ਕੁਝ ਨਹੀਂ ਪਤਾ ਲੱਗ ਰਿਹਾ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ। ਤੇ ਬਾਕੀ ਅਪਡੇਟਸ ਹੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਵਧੀਆ ਤੁਹਾਡੇ ਲਈ ਜਿਹੜੀਆਂ ਅਸੀਂ ਲੈ ਕੇ ਆਉਂਦੇ ਹਾਂ ਰਿਕਰੂਟਮੈਂਟ ਨਿਊਜ਼। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਦਬਾ ਕੇ ਰੱਖ ਲਓ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।